ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਬਾਬਾ ਮਹਿੰਦਰ ਸਿੰਘ ਜੀ ਦੇ ਰਸਨਾ ਤੋਂ ਸੰਤ ਬਾਬਾ ਨੰਦ ਸਿੰਘ ਦੇ ਸੰਬੰਧੀ ਹੋਏ ਉਹਨਾਂ ਦੇ ਜੀਵਨ ਦਰਸ਼ਨਾਂ ਦੀ ਇੱਕ ਝਲਕ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਬਾਬਾ ਮਹਿੰਦਰ ਸਿੰਘ ਜੀ ਦੱਸਦੇ ਸੀਗੇ ਕਿ ਕੋਈ ਸਮਾਂ ਸੀਗਾ ਜਦੋਂ ਉਹਨਾਂ ਦੇ ਪਿਤਾ ਸਰਦਾਰ ਈਸ਼ਰ ਸਿੰਘ ਜਿਹੜੇ ਸੀ ਉਹ ਮਹਾਂਪੁਰਖਾਂ ਦੀ ਸੇਵਾ ਕਰਦੇ ਹੁੰਦੇ ਸੀ। ਬਾਬਾ ਨੰਦ ਸਿੰਘ ਹੋਣਾ ਦੀ ਇਹ ਸੇਵਾ ਜਿਹੜੀ ਸੀ ਉਹ ਰੋਜ਼ਾਨਾ ਦਹੀਂ ਦੇ ਨਾਲ ਕਰਦੇ ਹੁੰਦੇ ਸੀ। ਸਵੇਰੇ ਤੜਕੇ ਕਹਿੰਦੇ ਵੀ ਉਹਨਾਂ ਨੇ ਰਾਤ ਨੂੰ 12 ਵਜੇ ਤੁਰ ਪੈਣਾ ਘਰੋਂ ਅਤੇ 4 ਵਜੇ ਮਹਾਂਪੁਰਖਾਂ ਦੇ ਪਾਸ ਪਹੁੰਚ ਜਾਣਾ। ਅਤੇ ਬਾਬਾ ਜੀ ਜਿਹੜੇ ਸੀਗੇ ਜਦ ਉਹਨਾਂ ਨੂੰ ਦਹੀਂ ਦੇਣਾ ਤਾਂ ਮਹਾਂਪੁਰਖਾਂ ਨੇ ਉਹ ਦਹੀਂ ਜਿਹੜਾ ਸੀਗਾ ਆਪਣੇ ਕੱਪੜੇ 'ਤੇ ਰੱਖ ਕੇ ਛਕਣਾ ਰੋਜ਼। ਇਸ ਤਰ੍ਹਾਂ ਸੇਵਾ ਕਰਦੇ ਕਰਦੇ ਤਕਰੀਬਨ 3 ਸਾਲ ਜਿਹੜੇ ਸੀਗੇ ਸਰਦਾਰ ਈਸ਼ਰ ਸਿੰਘ ਹੋਣਾ ਦੇ ਬਤੀਤ ਹੋਏ ਸੀ। ਅਤੇ ਬਾਬਾ ਮਹਿੰਦਰ ਸਿੰਘ ਹੋਣਾ ਦੀ ਇੱਕ ਭੈਣ ਸੀ, ਉਹਨਾਂ ਦਾ ਵੀ ਮਹਾਂਪੁਰਖਾਂ ਦੇ ਪ੍ਰੇਮ ਦੇ ਸੰਬੰਧੀ ਬਹੁਤ ਜ਼ਿਆਦਾ ਸਨੇਹ ਸੀਗਾ। ਇਹ ਵੀ ਮਹਾਂਪੁਰਖਾਂ ਦੀ ਸੇਵਾ ਕਰਦੇ ਹੁੰਦੇ ਸੀ, ਖਾਸ ਕਰਕੇ ਪ੍ਰਸ਼ਾਦੇ ਦੀ ਸੇਵਾ ਇਹ ਆਪ ਕਰਦੇ ਹੁੰਦੇ ਸੀ। ਇੱਕ ਵਾਰ ਦੱਸਦੇ ਆ ਬਾਬਾ ਮਹਿੰਦਰ ਸਿੰਘ ਜੀ ਕਿ ਸਾਡੇ ਪਿਤਾ ਈਸ਼ਰ ਸਿੰਘ ਜੀ ਪੂਰਨਮਾਸ਼ੀ ਤੋਂ ਇੱਕ ਦਿਨ ਪਹਿਲਾਂ ਜਦ ਉੱਥੇ ਪਹੁੰਚੇ ਸੀਗੇ ਅਤੇ ਬਾਬਾ ਜੀ ਕਹਿਣ ਲੱਗੇ ਕਿ ਪੂਰਨਮਾਸ਼ੀ ਦਾ ਕੱਲ੍ਹ ਹੈਗੀ ਆ, ਪਰ ਕਿਉਂਕਿ ਬਾਬਾ ਮਹਿੰਦਰ ਸਿੰਘ ਹੋਣਾ ਦੀ ਭੈਣ ਨਾਲ ਸੀ, ਉਸ ਨੇ ਮੌਕਾ ਦੇ ਕੇ ਮਹਾਂਪੁਰਖਾਂ ਦੇ ਅੱਗੇ ਬੇਨਤੀ ਕਰਤੀ ਕਿ ਬਾਬਾ ਜੀ ਮੇਰਾ ਕੋਈ ਵੀਰਾ ਨਹੀਂ ਹੈ, ਮੇਰਾ ਕੋਈ ਭਰਾ ਨਹੀਂ ਹੈ। ਜਦ ਇੰਨੀ ਗੱਲ ਹੋਈ ਹੈ ਤਾਂ ਫਿਰ ਬਾਬਾ ਜੀ ਕਹਿਣ ਲੱਗੇ ਵੀ ਇਹ ਕੀ ਗੱਲ ਹੋਈ, ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਤਾਂ ਮੁੰਡਿਆਂ ਦੇ ਨਾਲ ਕੋਠੇ ਭਰੇ ਪੈ ਜਾ। ਇਹ ਕਹਿ ਕੇ ਫਿਰ ਆਪ ਕਹਿਣ ਲੱਗੇ ਵੀ ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਦੱਸੋ ਵੀ ਤੁਸੀਂ ਨਿਤਨੇਮ ਕੀ ਕਰਦੇ ਆ। ਫਿਰ ਇਹਨਾਂ ਦੇ ਪਿਤਾ ਸਰਦਾਰ ਈਸ਼ਰ ਸਿੰਘ ਹੋਣਾ ਨੇ ਕਿਹਾ ਸੀਗਾ ਜੀ ਮੈਂ ਮੂਲ ਮੰਤਰ ਦਾ ਪਾਠ ਕਰਦਾ। ਅਤੇ ਬਾਬਾ ਜੀ ਕਹਿਣ ਲੱਗੇ ਕਿ ਧੰਨ ਘਰ ਦੇ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੈਗਾ ਅਤੇ ਉਹ ਤੁਸੀਂ ਬੱਚਿਆਂ ਤੋਂ ਕਿਉਂ ਨਹੀਂ ਕਰਾਉਂਦੇ। ਅਤੇ ਫਿਰ ਕਹਿਣ ਲੱਗੇ ਕਿ ਜੀ ਬੱਚੇ ਤਾਂ ਮੇਰੇ ਹੁੰਦੇ ਪਰ 2 ਸਾਲ ਬਾਅਦ ਪੂਰੇ ਹੋ ਜਾਂਦੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਕਿ ਤੁਸੀਂ ਇਸ ਤਰ੍ਹਾਂ ਕਰੋ, ਹੁਣ ਇੱਕ ਘਰ ਜਾ ਕੇ ਨਾ ਇੱਕ ਸਧਾਰਨ ਪਾਠ ਕਰੋ ਅਤੇ ਜਦੋਂ ਸਧਾਰਨ ਪਾਠ ਸੰਪੂਰਨ ਹੋ ਜਾਊਗਾ ਉਹਦਾ ਫਿਰ ਹੁਕਮਨਾਮਾ ਲੈ ਕੇ ਅਤੇ ਸਾਨੂੰ ਦੱਸ ਦਿਓ। ਦੇਖੋ, ਸਰਦਾਰ ਈਸ਼ਰ ਸਿੰਘ ਹੋਣਾ ਨੇ ਫਿਰ ਘਰ ਸਧਾਰਨ ਪਾਠ ਕੀਤਾ ਸੀਗਾ। ਸਧਾਰਨ ਪਾਠ ਕਰਕੇ ਜਦ ਹੁਕਮ ਲਾਇਆ ਤਾਂ ਬਾਬਾ ਜੀ ਕਹਿਣ ਲੱਗੇ ਲਓ ਬਾਬੇ ਨਾਨਕ ਵੱਲੋਂ ਗੁਰੂ ਘਰ ਦੇ ਵਿੱਚ ਮਨਜ਼ੂਰੀ ਮਿਲ ਗਈ ਆ ਅਤੇ ਹੁਣ ਤੁਸੀਂ ਜਿਹੜੀ ਅਰਦਾਸ ਜਿਹੜੀ ਕਰਨੀ ਉਹ ਨਾਲ ਇਹ ਕਰਨੀ ਹੈ ਕਿ ਜਿੱਥੇ ਤੁਸੀਂ ਲੜਕਾ ਮੰਗਣਾ ਹੈਗਾ ਨਾਲ ਪੋਤੇ ਵੀ ਮੰਗ ਲਿਓ। ਦੇਖੋ, ਇਹ ਸਾਰੇ ਬਚਨ ਬਾਬਾ ਨੰਦ ਸਿੰਘ ਹੋਣਾ ਨੇ ਸਰਦਾਰ ਈਸ਼ਰ ਸਿੰਘ ਹੋਣਾ ਦੇ ਨਾਲ ਉਹਨਾਂ ਟਾਈਮਾਂ 'ਚ ਸਾਂਝੇ ਕੀਤੇ ਸੀਗੇ। ਫਿਰ 1 ਸਾਲ ਦੇ ਅੰਦਰ ਫਿਰ ਬਾਬਾ ਮਹਿੰਦਰ ਸਿੰਘ ਹੋਣਾ ਦਾ ਜਨਮ ਹੋਇਆ ਸੀਗਾ। ਜਦੋਂ ਬਾਬਾ ਮਹਿੰਦਰ ਸਿੰਘ ਜੀ ਤਕਰੀਬਨ 2 ਸਾਲ ਦੇ ਹੋਏ, ਇਹਨਾਂ ਦੀ ਭੈਣ ਫੇਰ ਜਿਹੜੀ ਸੀਗੀ ਬੜੀ ਉਦਾਸ ਮਨ ਨਾਲ ਮਹਾਂਪੁਰਖਾਂ ਦੇ ਪਾਸ ਆਈ ਸੀ ਅਤੇ ਕਹਿਣ ਲੱਗੀ ਕਿ ਸਾਡੇ ਘਰ ਦੇ ਵਿੱਚ ਵੀਰੇ ਹੁੰਦੇ ਆ, ਮੈਂ 2-2 ਸਾਲ ਖੜਾਏ ਪਰ 2 ਸਾਲ ਬਾਅਦ ਪੂਰੇ ਹੋ ਜਾਂਦੇ। ਅਤੇ ਬਾਬਾ ਜੀ ਕਹਿਣ ਲੱਗੇ ਸੀਗੇ ਕਿ ਨਹੀਂ, ਇਹ ਜਿਹੜਾ ਬੱਚਾ ਹੈਗਾ ਇਹ ਬਾਬੇ ਨਾਨਕ ਦੇ ਘਰੋਂ ਆਪਾਂ ਮੰਗ ਕੇ ਲਿਆਂਦਾ ਹੈਗਾ, ਇਸ ਦੇ ਬਾਰੇ ਤੁਸੀਂ ਚਿੰਤਾ ਨਾ ਕਰੋ, ਇਹ ਬਹੁਤ ਵੱਡੇ ਪਰਿਵਾਰ ਵਾਲਾ ਹੋਏਗਾ, ਇਹਦੀ ਬੰਸ ਵਧੇਗੀ ਫੁੱਲੇਗੀ। ਅਤੇ ਦੇਖੋ, ਉਸ ਤੋਂ ਬਾਅਦ ਫਿਰ ਅੱਜ ਆਪਾਂ ਦੇਖਦੇ ਹਾਂ ਕਿ ਬਾਬਾ ਮਹਿੰਦਰ ਸਿੰਘ ਹੋਣਾ ਦੇ ਘਰ 5 ਭੁਜੰਗੀਆਂ ਦੀ ਦਾਤ ਹੈ ਅਤੇ 2 ਬੱਚੀਆਂ ਹੈਗੀਆਂ। ਇਸ ਤਰ੍ਹਾਂ ਇਹ ਪਰਿਵਾਰ ਜਿਹੜਾ ਹੈਗਾ ਹੁਣ ਚੜ੍ਹਦੀ ਕਲਾ ਦੇ ਵਿੱਚ। ਇੱਕ ਵਾਰ ਬਾਬਾ ਮਹਿੰਦਰ ਸਿੰਘ ਨੂੰ ਦੱਸਦੇ ਸੀਗੇ ਕਿ ਜਦੋਂ ਹੁਣ ਮਹਾਂਪੁਰਖ ਦੇਹਰਾਦੂਨ ਗਏ ਆ, ਉੱਥੇ ਦੇਹਰਾਦੂਨ ਜਿਹੜੇ ਸੀਗੇ ਇੱਕ ਕੋਠੀ ਦੇ ਵਿੱਚ ਰਹੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ। ਉਸ ਤੋਂ ਬਾਅਦ ਉੱਥੇ ਕੀਰਤਨ ਕੀਤਾ ਸੀਗਾ। ਕੀਰਤਨ ਕਰਕੇ ਵਾਪਸ ਫਿਰ ਕਹਿੰਦੇ ਜਦੋਂ ਅਸੀਂ ਹੈ ਨਾ ਦਿੱਲੀ ਆਏ ਸੀ, ਦਿੱਲੀ ਆ ਕੇ ਕਹਿੰਦੇ ਜਦੋਂ ਅਸੀਂ ਰਹੇ ਸੀਗੇ ਅਤੇ ਜਾਣ ਲੱਗੇ ਮਹਾਂਪੁਰਖ ਮੈਨੂੰ ਕਹਿਣ ਲੱਗੇ ਕਿ ਮਹਿੰਦਰ ਸਿੰਘ ਤੈਨੂੰ ਹੈ ਨਾ 40 ਸਾਲ ਦਿੱਲੀ ਰਹਿਣਾ ਪਊਗਾ। ਜਦ ਇੰਨੀ ਗੱਲ ਹੋਈ ਸੀ ਤਾਂ ਬਾਬਾ ਮਹਿੰਦਰ ਸਿੰਘ ਕਹਿਣ ਲੱਗੇ ਕਿ ਅਸੀਂ ਰੋਣ ਲੱਗ ਪਏ ਸੀ ਮਹਾਂਪੁਰਖਾਂ ਦੇ ਅੱਗੇ ਕਿ ਬਾਬਾ ਜੀ ਤੁਸੀਂ ਸਾਨੂੰ ਇਸ ਤਰ੍ਹਾਂ ਆਪਣੇ ਕੋਲੋਂ ਜੁਦਾ ਨਾ ਕਰੋ। ਅਤੇ ਬਾਬਾ ਜੀ ਕਹਿਣ ਲੱਗੇ ਕਿ ਨਹੀਂ ਭਾਈ, ਤੇਰਾ ਸਾਡੇ ਪਿਛਲੇ 5 ਜਨਮਾਂ ਤੋਂ ਸੰਬੰਧ ਚੱਲਦਾ ਆ ਰਿਹਾ ਹੈਗਾ, ਇਸ ਕਰਕੇ ਤੂੰ ਹੁਣ ਦਿੱਲੀ ਰਹਿਣਾ ਹੈਗਾ 40 ਸਾਲ ਅਤੇ ਇੱਥੇ ਰਹਿ ਕੇ ਤੈਂ ਹੈ ਨਾ 2 ਸੁਖਮਨੀ ਸਾਹਿਬ ਦੇ ਰੋਜ਼ ਪਾਠ ਕਰਨੇ ਆ। ਉਸ ਤੋਂ ਬਾਅਦ ਫਿਰ ਬਾਬਾ ਮਹਿੰਦਰ ਸਿੰਘ ਜੀ ਕਹਿਣ ਲੱਗੇ ਸੀਗੇ ਕਿ ਮੈਂ ਦਿੱਲੀ ਤਾਂ ਰਹਿਣ ਲੱਗ ਪਿਆ ਮਹਾਂਪੁਰਖਾਂ ਦਾ ਬਚਨ ਮੰਨ ਕੇ, ਕਿਉਂਕਿ ਇੱਥੇ ਮੇਰੇ ਜਿਹੜੇ ਨਾਲ ਦੇ ਭਰਾਤਾ ਸੀਗੇ ਉਹ ਠੇਕੇਦਾਰੀ ਦਾ ਕੰਮ ਕਰਦੇ ਹੁੰਦੇ ਸੀ। ਸਮਾਂ ਪਾ ਕੇ ਇੱਥੇ ਸਾਡੀ ਕਾਫੀ ਜਾਣਕਾਰੀ ਹੋ ਗਈ, ਪਰ ਕੰਮ ਦੀ ਵਜ੍ਹਾ ਦੇ ਨਾਲ ਕਹਿੰਦੇ ਵੀ ਮੇਰੇ ਤੋਂ ਇੱਕ ਪਾਠ ਹੀ ਸੁਖਮਨੀ ਸਾਹਿਬ ਦਾ ਹੁੰਦਾ ਸੀਗਾ। ਇਸ ਤਰ੍ਹਾਂ ਕਰਦੇ ਕਰਦੇ ਫਿਰ ਕਹਿੰਦੇ ਵੀ ਜਦ ਜਿਹੜਾ ਸੀ ਉਹ ਸਮਾਂ ਨਿਕਲਿਆ ਅਤੇ ਕਹਿੰਦੇ ਇੱਕ ਵਾਰ ਫਿਰ ਬਾਬਾ ਜੀ ਮੇਰੇ ਪਾਸ ਅਤੇ ਮੈਨੂੰ ਕਹਿਣ ਲੱਗੇ ਕਿ ਭਾਈ ਕਿੰਨੇ ਪਾਠ ਕਰਦਾ ਹੁੰਦਾ। ਅਤੇ ਬਾਬਾ ਮਹਿੰਦਰ ਸਿੰਘ ਕਹਿਣ ਲੱਗੇ ਮੈਂ ਕਹਤਾ ਜੀ ਮੈਂ ਹੈ ਨਾ 1 ਪਾਠ ਰੋਜ਼ ਕਰਦਾ। ਅਤੇ ਬਾਬਾ ਨੰਦ ਸਿੰਘ ਕਹਿਣ ਲੱਗੇ ਕਹਿੰਦੇ ਪ੍ਰਸ਼ਾਦੇ ਕਿੰਨੇ ਛਕਦਾ। ਕਹਿੰਦੇ ਮੈਂ ਕਿਹਾ ਬਾਬਾ ਜੀ ਪ੍ਰਸ਼ਾਦੇ ਤਾਂ 4 ਛਕੀ ਦੀ ਆ। ਫਿਰ ਕਹਿੰਦੇ 4 ਪਾਠ ਰੋਜ਼ਾਨਾ ਸੁਖਮਨੀ ਸਾਹਿਬ ਦੇ ਵੀ ਕਰਨੇ ਪੈਣੇ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਮਹਿੰਦਰ ਸਿੰਘ ਜੀ ਮਹਾਂਪੁਰਖਾਂ ਨੂੰ ਕਹਿਣ ਲੱਗੇ ਕਿ ਮਹਾਂਪੁਰਖੋ ਜੇ ਤੁਸੀਂ 4 ਪਾਠਾਂ ਦੀ ਸੇਵਾ ਲੈਣੀ ਆ ਤਾਂ ਫਿਰ ਮੈਨੂੰ ਕੁਰਸੀ ਦੀ ਨੌਕਰੀ ਦਿਵਾ ਦਿਓ ਕਿ ਹੱਥੀਂ ਕੰਮ ਕਰਨ ਦੇ ਨਾਲ ਸਰੀਰ ਬੜਾ ਥੱਕ ਜਾਂਦਾ। ਬਾਬਾ ਜੀ ਕਹਿਣ ਲੱਗੇ ਚੱਲ ਕੋਈ ਨਹੀਂ, ਉਹ ਵੀ ਕਹਿੰਦੇ ਮਿਲ ਜੂਗੀ। ਦੇਖੋ, ਮਹਾਂਪੁਰਖਾਂ ਦਾ ਬਚਨ ਉਸ ਤੋਂ ਬਾਅਦ ਕਹਿੰਦੇ ਸੱਤ ਹੋਇਆ, ਐਸਾ ਘਟਨਾਕ੍ਰਮ ਵਾਪਰਿਆ। ਬਾਬਾ ਮਹਿੰਦਰ ਸਿੰਘ ਜੀ ਕਹਿਣ ਲੱਗੇ ਕਿ ਮੈਨੂੰ ਫੋਰਮੈਨ ਹੀ ਮਿਲ ਗਏ। ਜਦੋਂ ਕਹਿੰਦੇ ਫਿਰ ਮੈਨੂੰ ਫੋਰਮੈਨ ਹੀ ਮਿਲੀ ਆ। ਫੋਰਮੈਨ ਹੀ ਮਿਲਣ ਤੋਂ ਬਾਅਦ
ਫਿਰ ਕਹਿੰਦੇ ਵੀ ਜਾਣੀ ਕੰਮ ਵੀ ਵਧੀਆ ਮਿਲ ਗਿਆ, ਗੱਡੀ ਵੀ ਮਿਲ ਗਈ, ਤਨਖਾਹ ਵੀ ਸੋਹਣੀ ਆਉਣ ਲੱਗ ਪਈ। ਪਰ ਜਦੋਂ ਇਹਦੇ ਵਿੱਚ ਰਹੇ ਆ ਫਿਰ ਕਹਿੰਦੇ ਮਹਾਂਪੁਰਖ ਜਿਹੜੇ ਸੀ ਉਹ ਮੇਰੇ ਪਾਸ ਆਏ ਆ ਜ਼ਿਆਦਾ, ਅਤੇ ਮੈਨੂੰ ਫਿਰ ਪੁੱਛਿਆ ਕਹਿੰਦੇ ਵੀ ਹੁਣ ਤੈਨੂੰ ਕੁਰਸੀ ਮਿਲ ਗਈ, ਹੁਣ ਕਿੰਨੇ ਪਾਠ ਕਰਦਾ ਹੁੰਦਾ। ਜਦੋਂ ਕਹਿੰਦੇ ਮੈਂ ਦੱਸਿਆ ਵੀ ਮੈਂ 4 ਪਾਠ ਸੁਖਮਨੀ ਸਾਹਿਬ ਦੇ ਕਰਦਾ, ਅਤੇ ਬਾਬਾ ਜੀ ਨੇ ਕਹਿੰਦੇ ਫਿਰ ਮੈਨੂੰ ਪ੍ਰੇਮ ਦੇ ਨਾਲ ਜੱਫੀ ਪਾ ਲਈ। ਤਾਂ ਮੈਨੂੰ ਕਹਿਣ ਲੱਗੇ ਕਹਿੰਦੇ ਭਾਈ ਅਗਰ ਤੂੰ ਇਸ ਤਰ੍ਹਾਂ ਨੇਮ ਆਪਣਾ ਜ਼ਿੰਦਗੀ 'ਚ ਚਲਾਉਂਦਾ ਰਿਹਾ ਤਾਂ ਜੋ ਮੰਗੂਗਾ ਤੈਨੂੰ ਸਾਰਾ ਕੁਛ ਮਿਲ ਜਾਊਗਾ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਕਹਿੰਦੇ ਵੀ ਸਾਨੂੰ ਇਹ ਦੱਸਿਆ ਸੀਗਾ ਵੀ ਹੁਣ ਤੁਸੀਂ ਹੈ ਨਾ ਸਰਦਾਰ ਬਾਜ਼ਾਰ ਚਲੇ ਜਾਣਾ ਹੈਗਾ, ਅਤੇ ਉੱਥੇ ਤੁਹਾਨੂੰ ਪਿਛਲੇ ਪਰਿਵਾਰ ਦਾ ਜਿਹੜਾ ਜਨਮ ਹੈਗਾ ਜਾਂ ਤੁਹਾਡਾ ਜੋ ਪਿਛਲੇ ਪਰਿਵਾਰ ਦੇ ਵਿੱਚ ਤੁਹਾਡਾ ਸੰਬੰਧ ਹੈਗਾ ਉਹ ਤੁਹਾਨੂੰ ਉਹ ਪਿਛਲੇ ਜਨਮ ਦਾ ਪਰਿਵਾਰ ਤੁਹਾਨੂੰ ਉੱਥੇ ਮਿਲੇਗਾ। ਫਿਰ ਕਹਿੰਦੇ ਬਾਬਾ ਮਹਿੰਦਰ ਸਿੰਘ ਜੀ ਕਹਿਣ ਲੱਗੇ ਕਿ ਮੇਰਾ ਚਿੱਤ ਨਹੀਂ ਸੀ ਕਰਦਾ ਕਿ ਹੁਣ ਫੋਰਮੈਨੀ ਮਿਲੀ, ਗੱਡੀ ਮਿਲੀ ਆ, ਸਭ ਕੁਛ ਮਿਲਿਆ, ਇੰਨੀ ਸ਼ਾਹੀ ਨੌਕਰੀ ਆ, ਅਤੇ ਪਰ ਮਹਾਂਪੁਰਖਾਂ ਦਾ ਹੁਕਮ ਸੀਗਾ, ਕਹਿੰਦੇ ਅਸੀਂ ਨਾਲ ਹੀ ਉਹ ਸਾਰਾ ਕੁਛ ਤਿਆਗ ਕੇ ਫਿਰ ਮਹਾਂਪੁਰਖਾਂ ਦੇ ਕਹਿਣ ਦੇ ਉੱਤੇ ਫਿਰ ਸਰਦਾਰ ਬਾਜ਼ਾਰ ਆ ਗਿਆ ਸੀ। ਜਦ ਇੱਥੇ ਆਇਆ, ਇੱਥੇ ਆ ਕੇ ਕਹਿੰਦੇ ਵੀ ਤਕਰੀਬਨ 10, 20, 50 ਬੰਦੇ ਜਿਹੜੇ ਸੀ ਸਾਨੂੰ ਰੋਜ਼ ਮਿਲਣ ਆਉਂਦੇ ਸੀ, ਅਤੇ ਉਹਨਾਂ ਦੇ ਵਿੱਚੋਂ ਕਹਿੰਦੇ ਇੱਕ ਖੱਤਰੀਆਂ ਦੀ ਲੜਕੀ ਸੀਗੀ ਅਤੇ ਇੱਕ ਕਹਿੰਦੇ ਜ਼ਿਮੀਂਦਾਰਾਂ ਦੀ ਲੜਕੀ ਸੀ। ਕਹਿੰਦੇ ਇਹ ਵੀ ਬੱਚੀਆਂ ਆਉਣ ਲੱਗ ਪਈਆਂ। ਜਦੋਂ ਕਹਿੰਦੇ ਆਉਣਾ, ਕਹਿੰਦੇ ਇਹਨਾਂ ਕਈ ਚਿਰ ਜਿਹੜਾ ਸਾਡੇ ਪਾਸੋਂ ਜਾਣੇ ਨਹੀਂ, ਕੋਲ ਹੀ ਬੈਠੀਆਂ ਰਹਿਣਾ। ਇੱਕ ਕਰਕੇ ਕਹਿੰਦੇ ਫਿਰ ਬਾਬਾ ਨਾਨਕ ਸਿੰਘ ਜੀ ਅਸੀਂ ਕਿਹਾ ਜੀ ਆਹ 2 ਲੜਕੀਆਂ ਹੈਗੀਆਂ, ਇੱਕ ਖੱਤਰੀਆਂ ਦੀ ਲੜਕੀ, ਇੱਕ ਜ਼ਿਮੀਂਦਾਰਾਂ ਦੀ, ਇਹ ਸਾਡੇ ਪਾਸ ਆ ਕੇ ਬਹਿ ਜਾਂਦੀਆਂ ਹੈਗੀਆਂ, ਇਹ ਜਾਂਦੀਆਂ ਨਹੀਂ। ਬਾਬਾ ਜੀ ਕਹਿਣ ਲੱਗੇ ਇਹ ਤੇਰੇ ਪਿਛਲੇ ਜਨਮ ਦੀਆਂ ਧੀਆਂ ਹੈਗੀਆਂ, ਇਹਨਾਂ ਨੇ ਤੇਰੇ ਕੋਲ ਕੋਈ ਲੇਖਾ ਲੈਣਾ ਹੈਗਾ, ਇਸ ਕਰਕੇ ਭਾਈ ਤੂੰ ਇਹਨਾਂ ਦੇ ਨਾਲ ਇਸ ਤਰ੍ਹਾਂ ਹੀ ਪਿਤਾ ਦਾ ਸੰਬੰਧ ਦੇ ਪ੍ਰੇਮ ਦੇ ਵਿੱਚ ਰਹਿਣਾ ਹੈਗਾ, ਅਤੇ ਇਹਨਾਂ ਦਾ ਜੋ ਸੰਬੰਧ ਹੈਗਾ, ਜੋ ਲੈਣ ਦੇਣ ਦਾ ਹੈਗਾ, ਉਹ ਇਸ ਜਨਮ ਦੇ ਵਿੱਚ ਤੈਂ ਪੂਰਾ ਕਰਨਾ ਹੈਗਾ। ਉਸ ਤੋਂ ਬਾਅਦ ਫਿਰ ਦੱਸਦੇ ਸੀ ਬਾਬਾ ਮਹਿੰਦਰ ਸਿੰਘ ਹੋਣੀ ਕਿ ਇੱਕ ਵਾਰ ਫਿਰ ਅਸੀਂ ਸਰੋਲ ਸ਼ਹਿਰ ਗਏ ਸੀਗੇ। ਜਦ ਕਹਿੰਦੇ ਅਸੀਂ ਇੱਥੇ ਗਏ ਸੀਗੇ ਅਤੇ ਇੱਥੇ ਹੈ ਨਾ ਇੱਕ ਚਸ਼ਮਾ ਸੀਗਾ ਬਾਹਰਲੇ ਪਾਸੇ, ਉਹਦਾ ਜਲ ਬੜਾ ਮਿੱਠਾ ਸੀਗਾ। ਕਹਿੰਦੇ ਜਦੋਂ ਬਾਬਾ ਜੀ ਨੇ ਪੀਤਾ ਤਾਂ ਬਾਬਾ ਜੀ ਕਹਿਣ ਲੱਗੇ ਵੀ ਕਿਸੇ ਸਮੇਂ ਇਸ ਚਸ਼ਮੇ ਦੇ ਵਿੱਚ ਬਾਬੇ ਨਾਨਕ ਨੇ ਇਸ਼ਨਾਨ ਕੀਤਾ ਸੀਗਾ, ਇਸ ਕਰਕੇ ਇਹਦਾ ਜਲ ਜਿਹੜਾ ਚਸ਼ਮੇ ਦਾ ਬਹੁਤ ਮਿੱਠਾ ਹੈਗਾ। ਉਸ ਤੋਂ ਬਾਅਦ ਫਿਰ ਕਹਿੰਦੇ ਬਾਬਾ ਜੀ ਇੱਕ ਕਰੋਲ ਦਾ ਟਿੱਬਾ ਸੀਗਾ, ਉਹਦੇ ਵੱਲ ਦੇਖਣ ਲੱਗ ਪਏ। ਜਦੋਂ ਕਹਿੰਦੇ ਦੇਖਣ ਲੱਗ ਪਏ, ਉਸ ਤੋਂ ਬਾਅਦ ਫਿਰ ਕਹਿੰਦੇ ਸਾਡੇ ਮਨ ਦੇ ਵਿੱਚ ਆਇਆ ਵੀ ਬਾਬਾ ਜੀ ਉੱਪਰ ਟਿੱਬੇ ਵੱਲ ਦੇਖਦੇ ਆ, ਜ਼ਰੂਰ ਕੋਈ ਨਾ ਕੋਈ ਗੱਲਬਾਤ ਹੈ। ਪਰ ਕਹਿੰਦੇ ਮਹਾਂਪੁਰਖ ਜਿਹੜੇ ਸੀ ਕਹਿੰਦੇ ਵੀ ਕਹਿਣ ਲੱਗੇ ਵੀ ਚਲੋ ਉੱਪਰ ਚੱਲੀਏ। ਜਦ ਕਹਿੰਦੇ ਟਿੱਬੇ 'ਤੇ ਅਸੀਂ ਉੱਪਰ ਸਿਖਰ 'ਤੇ ਚੜ੍ਹ ਗਏ, ਜਦ ਕੀ ਦੇਖਿਆ ਕਿ ਉੱਥੇ ਦਰੱਖਤਾਂ ਸਿਵਾਏ ਕੁਛ ਹੈ ਨਹੀਂ ਸੀਗਾ, ਨਾ ਕੋਈ ਆਉਣ ਜਾਣ ਦਾ ਸਾਧਨ ਸੀ, ਨਾ ਕੁਛ ਹੋਰ ਸੀਗਾ। ਕਹਿੰਦੇ ਮਹਾਂਪੁਰਖ ਸਾਨੂੰ ਕਹਿੰਦੇ ਵੀ ਇਸ ਜਗ੍ਹਾ ਦੀ ਸਫਾਈ ਕਰੋ। ਕਹਿੰਦੇ ਅਸੀਂ ਉਸ ਜਗ੍ਹਾ ਦੀ ਸਫਾਈ ਕੀਤੀ। ਸਫਾਈ ਕਰਨ ਤੋਂ ਬਾਅਦ ਕਹਿੰਦੇ ਕੋਈ ਖਾਣ ਦਾ ਤਾਂ ਸਾਧਨ ਨਹੀਂ ਸੀਗਾ, ਪਰ ਕਹਿੰਦੇ ਵੀ ਅਸੀਂ ਹੈ ਨਾ ਉੱਥੇ ਫਿਰ ਪੱਤੇ ਤੋੜ ਕੇ ਖਾਧੇ ਸੀ। ਬਾਬਾ ਮਹਿੰਦਰ ਸਿੰਘ ਜੀ ਕਹਿਣ ਲੱਗੇ ਜਦ ਕਹਿੰਦੇ ਅਸੀਂ ਪੱਤੇ ਤੋੜ ਕੇ ਖਾਧੇ, ਫਿਰ ਅਗਲੇ ਦਿਨ ਕਹਿੰਦੇ ਫਿਰ ਬਾਬਾ ਜੀ ਨੇ ਜਿਹੜੇ ਸੀ ਪੱਤੇ ਤੋੜ ਕੇ ਲਿਆਂਦੇ, ਉਹ ਜਲ ਵਿੱਚ ਪਾ ਕੇ ਉਹਦਾ ਪ੍ਰਸ਼ਾਦ ਤਿਆਰ ਕੀਤਾ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਿਹੋ ਜਿਹੀ ਕਿਸੇ ਦੀ ਭਾਵਨਾ ਸੀ ਉਹੋ ਜਿਹਾ ਹੀ ਉਹਨੂੰ ਉਹ ਪ੍ਰਸ਼ਾਦ ਦਾ ਸਵਾਦ ਆਇਆ ਸੀਗਾ। ਇਸੇ ਤਰ੍ਹਾਂ ਕਹਿੰਦੇ ਸੀਗੇ ਕਿ ਇੱਕ ਵਾਰ ਕੀ ਹੋਇਆ ਸੀ, ਜਦੋਂ ਅਸੀਂ ਉੱਥੇ ਰਹਿਣ ਲੱਗੇ, ਇੱਕ ਪਹਾੜੀ ਦੀ ਗਾਂ ਗੁੰਮ ਹੋ ਗਈ। ਜਦ ਗਾਂ ਗੁੰਮ ਹੋਈ ਤਾਂ ਪਹਾੜੀ ਗਾਂ ਲੱਭਦਾ ਕਹਿੰਦੇ ਇਸ ਟਿੱਬੇ 'ਤੇ ਆ ਗਿਆ। ਉਹਨੇ ਦੇਖਿਆ ਕਿ ਇੱਥੇ ਕੋਈ ਸਾਧੂ ਰਹਿੰਦੇ ਆ। ਉਹਨੇ ਜਾ ਕੇ ਕਹਿੰਦੇ ਫਿਰ ਸ਼ਹਿਰ 'ਚ ਦੱਸਿਆ ਕਿ ਉੱਥੇ ਕੋਈ ਸਾਧੂ ਉਹਨਾਂ ਟਿੱਬੇ ਦੇ ਉੱਤੇ ਬੈਠੇ ਹੋਏ ਆ, ਅਤੇ ਉਹਨਾਂ ਦੇ ਪਾਸ ਲੰਗਰ ਪਾਣੀ ਦਾ ਕੋਈ ਸਾਧਨ ਨਹੀਂ। ਕਹਿੰਦੇ ਇਹ ਦੇਖ ਕੇ ਜ਼ਿਆਦਾ ਗੱਲ ਉੱਥੇ ਦੇ ਕਿਸੇ ਮਿਸਤਰੀ ਨੂੰ ਪਤਾ ਲੱਗੀ ਸੀ। ਉਹ ਫਿਰ ਕਹਿੰਦੇ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਏ ਸੀ। ਜਦ ਆਏ ਸੀ ਜਦੋਂ ਪਹੁੰਚੇ ਤਾਂ ਬਾਬਾ ਜੀ ਨੇ ਪੁੱਛਿਆ ਵੀ ਤੁਸੀਂ ਕੌਣ ਆ? ਉਹਨੇ ਕਿਹਾ ਵੀ ਅਸੀਂ ਮਿਸਤਰੀ ਹਾਂ ਅਤੇ ਆਪ ਜੀ ਦੇ ਵਾਸਤੇ ਜਲ ਪਾਣੀ ਲੈ ਕੇ ਆਏ। ਬਾਬਾ ਜੀ ਕਹਿੰਦੇ ਅੱਛਾ, ਕਹਿੰਦੇ ਤੁਹਾਨੂੰ ਕਿਹਨੇ ਦੱਸਿਆ? ਫਿਰ ਕਹਿੰਦੇ ਵੀ ਉਹਨੇ ਕਿਹਾ ਵੀ ਸਾਨੂੰ ਇੱਕ ਪਹਾੜੀਆਂ ਦੱਸਿਆ ਉਹਦੀ ਗਾਂ ਗੁੰਮ ਹੋ ਗਈ ਸੀ। ਫਿਰ ਬਾਬਾ ਜੀ ਚੁੱਪ ਕਰਕੇ ਕਹਿਣ ਲੱਗੇ ਵੀ ਚਲੋ ਆ ਜਾਓ ਅੰਦਰ ਬੈਠ ਕੇ ਕੀਰਤਨ ਸੁਣੋ। ਫਿਰ ਉਹ ਜਿਹੜੇ ਮਿਸਤਰੀ ਸੀਗੇ ਅੰਦਰ ਬੈਠ ਕੇ ਉਹਨਾਂ ਨੇ 1 ਘੰਟਾ ਕੀਰਤਨ ਸੁਣਿਆ। ਕੀਰਤਨ ਸੁਣਨ ਤੋਂ ਬਾਅਦ ਜਦ ਕੀਰਤਨ ਦੀ ਸਮਾਪਤੀ ਹੋਈ ਸੀ, ਫਿਰ ਬਾਬਾ ਜੀ ਕਹਿਣ ਲੱਗੇ ਭਾਈ ਇਹ ਪ੍ਰੇਮੀ ਪ੍ਰਸ਼ਾਦਾ ਲੈ ਕੇ ਆਇਆ, ਇਸ ਕਰਕੇ ਸਾਰੀ ਸੰਗਤ ਜਿਹੜੀ ਉਹ ਪੰਗਤਾਂ ਲਾ ਲਓ ਅਤੇ ਸਾਰੀਆਂ ਪੰਗਤਾਂ ਲੈ ਕੇ ਬੈਠ ਜਾਓ। ਜਦੋਂ ਕਹਿੰਦੇ ਪੰਗਤਾਂ ਲੱਗੀਆਂ, ਤਕਰੀਬਨ 70 ਸਰੀਰ ਉਸ ਪੰਗਤਾਂ ਦੇ ਵਿੱਚ ਬੈਠੇ ਸੀਗੇ। ਜਦੋਂ ਕਹਿੰਦੇ ਵੀ ਇੰਨੇ ਸਰੀਰ ਬੈਠੇ, ਉਹ ਮਿਸਤਰੀ ਨੇ ਦੇਖੇ, ਮਨ ਵਿੱਚ ਜਿਹੜੇ ਸੀਗੇ ਉਹ ਬੜੇ ਡਰ ਗਏ ਵੀ ਪ੍ਰਸ਼ਾਦੇ ਤਾਂ ਬੜੇ ਥੋੜ੍ਹੇ ਆ, ਅਤੇ ਲੇਕਿਨ ਹੁਣ 70 ਪ੍ਰੇਮੀ ਪ੍ਰਸ਼ਾਦੇ ਛਕਣ ਵਾਲੇ ਕੋਲ ਬੈਠੇ ਆ, ਅਤੇ ਇਸ ਕਰਕੇ ਮਨ ਦੇ ਵਿੱਚ ਬੜਾ ਖਦਸ਼ਾ ਜਿਹਾ ਬਣ ਗਿਆ ਹੈਗਾ ਕਿ ਪ੍ਰਸ਼ਾਦੇ ਪੂਰੇ ਹੋਣੇ ਜਾਂ ਨਹੀਂ ਹੋਣੇ। ਅਤੇ ਕਹਿੰਦੇ ਬਾਬਾ ਜੀ ਨੇ ਕਹਿ ਤਾ ਕਿ ਇਸ ਤਰ੍ਹਾਂ ਕਰੋ, 2-2 ਪ੍ਰਸ਼ਾਦੇ ਹਨ ਸਾਰੇ ਪ੍ਰੇਮੀਆਂ ਨੂੰ ਦੇ ਦਿਓ। ਖੈਰ ਕਹਿੰਦੇ ਵੀ ਸੰਤ ਈਸ਼ਰ ਸਿੰਘ ਹੋਣਾ ਨੇ ਉਸ ਟਾਈਮ ਜਦ ਪ੍ਰਸ਼ਾਦੇ ਬਤਾਉਣੇ ਸ਼ੁਰੂ ਕੀਤੇ ਸੀਗੇ, 2-2 ਦਿੱਤੇ 17 ਦੇ ਵਿੱਚ, ਅਤੇ ਕਹਿੰਦੇ ਵੀ ਉਹ ਪ੍ਰਸ਼ਾਦੇ ਜਿਹੜੇ ਸੀ ਸਾਰੀ ਸੰਗਤ ਨੇ ਜਿਹੜੇ ਸੀ ਉਹ ਬੜੇ ਪ੍ਰੇਮ ਨਾਲ ਛਕੇ। ਉਸ ਤੋਂ ਬਾਅਦ ਬਾਬਾ ਨਾਨਕ ਸਿੰਘ ਕਹਿੰਦੇ ਵੀ 2-2 ਪ੍ਰਸ਼ਾਦੇ ਹੋਰ ਦੇ ਦਿਓ। ਦੇਖੋ ਕਹਿੰਦੇ ਉਸੇ ਹੀ ਬਰਤਨ ਦੇ ਵਿੱਚੋਂ 2-2 ਪ੍ਰਸ਼ਾਦੇ ਹੋਰ ਦਿੱਤੇ ਗਏ। ਜਦ 2-2 ਪ੍ਰਸ਼ਾਦੇ ਹੋਰ ਛਕੇ ਸਾਰੀ ਸੰਗਤ ਨੇ, ਬਾਬਾ ਜੀ ਕਹਿੰਦੇ 1-1 ਪ੍ਰਸ਼ਾਦਾ ਹੋਰ ਦੇ ਦਿਓ। ਇਸ ਤਰ੍ਹਾਂ ਕਰਕੇ 5-5 ਪ੍ਰਸ਼ਾਦੇ ਸਾਰੀ ਸੰਗਤ ਦੇ ਵਿੱਚ ਵਰਤਾਏ ਗਏ।
ਪਰ ਉਹ ਜਿਹੜੇ ਮਿਸਤਰੀ ਸੀਗੇ ਹੈਰਾਨ ਹੋ ਗਏ ਵੀ ਅਸੀਂ ਤਾਂ ਪਹਿਲੀ ਵਾਰੀ ਡਰ ਗਏ ਸੀਗੇ, ਪਰ ਹੁਣ ਇਹ ਪ੍ਰਸ਼ਾਦੇ ਆ ਕਿੱਥੋਂ ਰਹੇ ਆ। ਇਹ ਇੱਕ ਬੜਾ ਕ੍ਰਿਸ਼ਮਾ ਸੀਗਾ, ਕੌਤਕ ਸੀਗਾ, ਜਿਹੜਾ ਉਸ ਟਾਈਮ ਬਾਬਾ ਮਹਿੰਦਰ ਸਿੰਘ ਦੇ ਅਸੀਂ ਅੱਖੀਂ ਦੇਖਿਆ ਸੀਗਾ। ਉਸ ਤੋਂ ਬਾਅਦ ਬਾਬਾ ਜੀ ਨੇ ਫਿਰ ਉਹ ਜਿਹੜਾ ਬਰਤਨ ਪ੍ਰਸ਼ਾਦਿਆਂ ਵਾਲਾ ਸੀਗਾ, ਜਦੋਂ ਮਿਸਤਰੀਆਂ ਨੂੰ ਦਿੱਤਾ, ਕਹਿੰਦੇ ਵੀ ਇਸ ਤਰ੍ਹਾਂ ਕਰੋ, ਹੁਣ ਤੁਸੀਂ ਆਪ ਘਰ ਲੈ ਜਾਓ ਅਤੇ ਘਰ ਜਾ ਕੇ ਸਾਰੀ ਘਰਦਿਆਂ ਨੂੰ ਛਕਾ ਦਿਓ, ਹੋਰ ਪ੍ਰੇਮੀ ਨੂੰ ਛਕਾ ਦਿਓ। ਜਦੋਂ ਕਹਿੰਦੇ ਉਹਨਾਂ ਨੇ ਉੱਤੋਂ ਕੱਪੜਾ ਚੱਕਿਆ ਸੀ, ਕੀ ਦੇਖਿਆ ਸੀ, ਅੱਧੇ ਪ੍ਰਸ਼ਾਦੇ ਉਹਦੇ ਵਿੱਚ ਜਿਉਂਦੇ ਤਿਉਂ ਹੀ ਪਏ ਸੀ, ਜਿਸ ਨੂੰ ਦੇਖ ਕੇ ਜਿਹੜੇ ਸੀ ਮਿਸਤਰੀ ਸੀ ਉਹ ਦੰਗ ਰਹਿ ਗਿਆ ਸੀ। ਇੱਕ ਵਾਰ ਬਾਬਾ ਮਹਿੰਦਰ ਸਿੰਘ ਜੀ ਦੱਸਦੇ ਸੀਗੇ ਕਿ ਇੱਕ ਵਾਰ ਅਸੀਂ ਜਦ ਇੱਕ ਪਹਾੜੀ ਦੇ ਉੱਤੇ ਗਏ ਸੀਗੇ, ਉੱਥੇ 4 ਕੁ ਮਹੀਨੇ ਰਹੇ ਹਾਂ, ਅਤੇ ਉਸ ਜਗ੍ਹਾ ਦੇ ਉੱਤੇ ਜਿਹੜਾ ਟੱਬ ਸੀਗਾ ਜਿਹਦੇ ਵਿੱਚ ਜਲ ਪਾਉਂਦੇ ਹੁੰਦੇ ਸੀ, ਉਸ ਦੇ ਇਲਾਕੇ ਦੇ ਵਿੱਚ ਇੱਕ ਔਰਤ ਬੀਬੀ ਹੁੰਦੀ ਸੀ। ਉਹ ਕਹਿੰਦੇ ਉੱਥੇ ਸਾਨੂੰ ਦੇਖ ਕੇ ਦਾਤਣਾ ਲਿਆਉਂਦੀ ਸੀਗਾ ਅਤੇ ਇੱਕ ਗਾਗਰ ਜਲ ਦੀ ਲਿਆ ਕੇ ਤੇ ਉਸ ਟੱਬ ਦੇ ਵਿੱਚ ਛੱਡ ਦਿੰਦੀ ਸੀ, ਅਤੇ ਜਿਹਦੇ ਨਾਲ ਬਾਬਾ ਈਸ਼ਰ ਸਿੰਘ ਜੀ, ਬਾਬਾ ਨੰਦ ਸਿੰਘ ਨੂੰ ਇਸ਼ਨਾਨ ਕਰਾਉਂਦੇ ਹੁੰਦੇ ਸੀ। ਇੱਕ ਵਾਰ ਕਹਿੰਦੇ ਉਹ ਬੀਬੀ ਦਾਤਣਾ ਲੈ ਕੇ ਆਈ ਅਤੇ ਨਾਲ ਜਦ ਜਲ ਲੈ ਕੇ ਆਈ, ਜਿਉਂ ਹੀ ਕਹਿੰਦੇ ਵੀ ਉਹਨੇ ਜਲ ਟੱਬ ਦੇ ਵਿੱਚ ਪਾਇਆ ਅਤੇ ਬਾਬਾ ਨੰਦ ਸਿੰਘ ਨੇ ਅੰਦਰੋਂ ਆਵਾਜ਼ ਮਾਰੀ ਕਿ ਇਹ ਬੀਬੀ ਕੌਣ ਆ। ਅਤੇ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਕਿ ਇਹ ਬੀਬੀ ਮੈਂ ਨਹੀਂ ਜਾਣਦਾ ਕੌਣ ਆ, ਪਰ ਇੰਨਾ ਹੈ ਕਿ ਜਲ ਦੀ ਸੇਵਾ ਕਰਦੀ ਹੈ। ਜਦ ਕਹਿੰਦੇ ਇੰਨੀ ਗੱਲ ਹੋਈ ਅਤੇ ਬਾਬਾ ਨੰਦ ਸਿੰਘ ਬਾਹਰ ਆ ਗਏ ਬੀਬੀ ਨੂੰ ਕਹਿੰਦੇ, ਬੀਬੀ ਤੂੰ ਏਡੀ ਦੂਰੋਂ ਜਲ ਲੈ ਕੇ ਆਉਂਦੀ ਆ, ਤੇਰੇ ਨਿਆਣੇ ਪਿੱਛੇ ਰੋਂਦੇ ਹੋਣਗੇ, ਤੈਨੂੰ ਇੰਨਾ ਕਸ਼ਟ ਕਰਨ ਦੀ ਕੀ ਲੋੜ ਆ। ਉਹ ਬੀਬੀ ਕਹਿੰਦੇ ਵੀ ਅੱਖਾਂ ਭਰ ਕੇ ਕਹਿਣ ਲੱਗੀ ਕਿ ਮਹਾਂਪੁਰਖੋ ਵੀ ਮੇਰੇ ਤਾਂ ਬੱਚਾ ਕੋਈ ਨਹੀਂ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਨੰਦ ਸਿੰਘ ਕਹਿਣ ਲੱਗੇ, ਕਹਿੰਦੇ ਵੀ ਬੀਬਾ ਕਿੰਨਾ ਚਿਰ ਹੋ ਗਿਆ ਸ਼ਾਦੀ ਕੀਤੀ ਨੂੰ। ਉਹ ਬੀਬੀ ਕਹਿੰਦੀ ਬਾਬਾ ਜੀ 12 ਸਾਲ ਹੋ ਗਏ। ਅਤੇ ਜਦ ਇੰਨੀ ਗੱਲ ਹੋਈ ਤਾਂ ਬਾਬਾ ਨੰਦ ਸਿੰਘ ਕਹਿਣ ਲੱਗੇ, ਕਹਿੰਦੇ ਦੇਖੋ 12 ਸਾਲੀ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ, ਤੂੰ ਤਾਂ ਫਿਰ ਵੀ ਜਨਾਨੀ ਆ। ਜਾ ਕਹਿੰਦੇ ਅੱਜ ਤੋਂ ਬਾਅਦ ਤੈਨੂੰ ਪਾਣੀ ਲਿਆਉਣ ਦੀ ਲੋੜ ਨਹੀਂ ਹੈ। ਉਸ ਤੋਂ ਬਾਅਦ ਫਿਰ ਕਹਿੰਦੇ ਜਦੋਂ ਅਸੀਂ ਗਏ ਸੀ ਸਾਲ ਬਾਅਦ ਦੁਬਾਰਾ ਫਿਰ ਜਦ ਇਸ ਸਥਾਨ 'ਤੇ ਆਏ ਸੀ, ਉਹ ਬੀਬੀ ਫਿਰ ਕਹਿੰਦੇ ਸਾਨੂੰ ਦੇਖ ਕੇ ਜਲ ਲੈ ਕੇ ਆਈ ਸੀ, ਦਾਤਣਾ ਲੈ ਕੇ ਆਈ ਸੀ। ਕੀ ਦੇਖਿਆ ਸੀਗਾ, ਇੱਕ ਬੱਚਾ ਲੜਕਾ ਜਿਹੜਾ ਸੀਗਾ ਉਹਨੇ ਕੁਛੜ ਚੁੱਕਿਆ ਹੋਇਆ ਸੀਗਾ। ਦੇਖੋ ਮਹਾਂਪੁਰਖ ਜਿਹੜੇ ਦੇ ਸਧਾਰਨ ਜਿਹੜੀਆਂ ਹੈ ਉਹ ਕਿਰਪਾ ਜਦ ਕਰਦੇ ਆ, ਅਤੇ ਇਹ ਕਿਰਪਾ ਜਿਹੜੀ ਹੈਗੀ ਆ ਉਹ ਉਸੇ ਟਾਈਮ ਤਤਕਾਲ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਂਦੀ ਹੈ। ਇਸ ਤਰ੍ਹਾਂ ਇੱਕ ਭਾਈ ਨਿਹਾਲ ਸਿੰਘ ਕਲੇਰਾਂ ਵਾਲੇ ਰਾਗੀ ਸਿੰਘ ਹੋਏ ਆ। ਸੋ ਇਹ ਜਿਹੜੇ ਰਾਗੀ ਸਿੰਘ ਸੀਗੇ, ਬਾਬਾ ਮਹਿੰਦਰ ਸਿੰਘ ਜੀ ਦੱਸਦੇ ਸੀਗੇ, ਇਹਨਾਂ ਨੂੰ ਬਾਬਾ ਨੰਦ ਸਿੰਘ 'ਤੇ ਕੋਈ ਸ਼ੰਕਾ ਸੀਗੀ, ਅਤੇ ਉਹ ਮਨ ਦੇ ਵਿੱਚ ਇਹ ਸੋਚਦੇ ਹੁੰਦੇ ਸੀ ਕਿ ਬਾਬਾ ਨੰਦ ਸਿੰਘ ਹੈ ਤਾਂ ਚਲੋ ਸਾਧੂ ਆ, ਪਰ ਐਡੇ ਵੱਡੇ ਸਾਧੂ ਜਿਨ੍ਹਾਂ ਦੀ ਸੰਗਤ ਉਪਮਾ ਕਰਦੀ ਆ, ਇਹੋ ਜਿਹੀ ਗੱਲ ਤਾਂ ਮੈਨੂੰ ਕੋਈ ਦਿਖਾਈ ਨਹੀਂ ਦਿੱਤੀ। ਕਹਿੰਦੇ ਮਨ ਦੇ ਵਿੱਚ ਸੋਚਦੇ ਹੁੰਦੇ ਸੀ। ਇੱਕ ਦਿਨ ਕਹਿੰਦੇ ਐਸਾ ਅਜੀਬ ਕੌਤਕ ਵਰਤਿਆ ਵੀ ਬਾਬਾ ਨੰਦ ਸਿੰਘ ਨੇ ਨਿਹਾਲ ਸਿੰਘ ਨੂੰ ਆਵਾਜ਼ ਮਾਰੀ ਵੀ ਨਿਹਾਲ ਸਿੰਘ ਇਸ ਤਰ੍ਹਾਂ ਕਰ, ਗੜਬਾ ਪਾਣੀ ਦਾ ਲੈ ਤਾਂ ਆਪਾਂ ਚੱਲੀਏ ਜੰਗਲ ਪਾਣੀ। ਲਓ ਜੀ, ਕਹਿੰਦੇ ਨਿਹਾਲ ਸਿੰਘ ਨੇ ਗੜਬਾ ਪਾਣੀ ਦਾ ਲੈ ਲਿਆ, ਜੰਗਲ ਪਾਣੀ ਚਲੇ ਗਿਆ, ਅਤੇ ਕਹਿੰਦੇ ਸਾਨੂੰ ਕਹਿਤਾ ਵੀ ਤੁਸੀਂ ਇਸ ਤਰ੍ਹਾਂ ਕਰੋ, ਮਹਿੰਦਰ ਸਿੰਘ ਬਾਕੀ ਸਿੰਘਾਂ ਨੂੰ ਨਾਲ ਲੈ ਜਾਓ ਅਤੇ ਜੰਗਲ ਦੇ ਵਿੱਚੋਂ ਸੁੱਕੀਆਂ ਲੱਕੜੀਆਂ ਜਿਹੜੀਆਂ ਉਹ ਇਕੱਠੀਆਂ ਕਰਨੀਆਂ, ਹਰੀ ਲੱਕੜੀ ਨਹੀਂ ਵੱਢਣੀ ਹੈਗੀ। ਸੋ ਕਹਿੰਦੇ ਅਸੀਂ ਸੁੱਕੀਆਂ ਲੱਕੜੀਆਂ ਇਕੱਠੀਆਂ ਕਰਨ ਚੱਲ ਗਏ। ਰਾਗੀ ਜਿਹੜੇ ਸੀ ਬਾਬਾ ਜੀ ਦੇ ਨਾਲ ਗੜਬਾ ਲੈ ਕੇ ਜਿਹੜੇ ਸੀ ਜੰਗਲ 'ਚ ਚੱਲ ਗਏ। ਜਦ ਕਹਿੰਦੇ ਜੰਗਲ 'ਚ ਗਏ, ਉੱਥੇ ਕੀ ਦੇਖਿਆ, ਇੱਕ ਸ਼ੇਰ ਬੈਠਾ ਸੀਗਾ ਜੰਗਲੀ। ਨਜ਼ਰ ਜਿਹੜੀ ਜਦ ਸ਼ੇਰ 'ਤੇ ਪਈ ਤਾਂ ਉਹਨੇ ਬਾਬਾ ਜੀ ਦੇ ਪਿੱਛੇ ਹੌਲੀ ਜਿਹੜੀ ਉਂਗਲੀ ਜਿਹੀ ਲਾ ਕੇ ਕਹਿਣ ਲੱਗੇ, ਕਹਿੰਦੇ ਬਾਬਾ ਜੀ ਉਹ ਇੱਥੇ ਸ਼ੇਰ ਬੈਠਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਨੰਦ ਸਿੰਘ ਕਹਿਣ ਲੱਗੇ, ਨਿਹਾਲ ਸਿੰਘ ਕਿੱਥੇ ਬੈਠਾ ਹੈਗਾ। ਅਤੇ ਨਿਹਾਲ ਸਿੰਘ ਨੇ ਉਂਗਲੀ ਨਾਲ ਇਸ਼ਾਰਾ ਕੀਤਾ ਜੀ ਉਹ ਬੈਠਾ। ਬਾਬਾ ਜੀ ਉਸੇ ਟਾਈਮ ਸ਼ੇਰ ਦੇ ਕੋਲ ਚੱਲ ਗਏ। ਜਦੋਂ ਬਾਬਾ ਨੰਦ ਸਿੰਘ ਸ਼ੇਰ ਦੇ ਪਾਸ ਪਹੁੰਚੇ ਤਾਂ ਜਦ ਕੀ ਦੇਖਿਆ, ਉਹ ਸ਼ੇਰ ਜਿਹੜਾ ਸੁੱਤਾ ਪਿਆ ਸੀਗਾ। ਜਦ ਸੁੱਤਾ ਪਿਆ, ਬਾਬਾ ਨੰਦ ਸਿੰਘ ਨੇ ਆਪਣੀ ਛਿੱਟੀ ਸ਼ੇਰ ਦੇ ਮੱਥੇ ਨਾਲ ਲਾਈ, ਮੱਥੇ ਨਾਲ ਲੈ ਕੇ ਕਹਿਣ ਲੱਗੇ, ਕਹਿੰਦੇ ਭਾਈ ਉੱਠ ਕੋਈ ਬਚਨ ਕਰ ਲਾ। ਜੋ ਹੀ ਸ਼ੇਰ ਉਹ ਉੱਠਿਆ, ਅਤੇ ਕਹਿੰਦੇ ਉੱਠਦੇ ਸਾਰੀ ਜਦੋਂ ਉਹ ਸ਼ੇਰ ਸਿੱਧਾ ਹੋਇਆ ਅਤੇ ਰਾਗੀ ਦੇ ਹੱਥੋਂ ਪਾਣੀ ਦਾ ਗੜਬਾ ਜਿਹੜਾ ਸੀਗਾ ਉਹ ਛੁੱਟ ਕੇ ਥੱਲੇ ਡਿੱਗ ਪਿਆ ਡਰਦੇ ਦੇ ਨਾਲ। ਜਦ ਗੜਬਾ ਥੱਲੇ ਡਿੱਗਿਆ ਅਤੇ ਬਾਬਾ ਮਹਿੰਦਰ ਸਿੰਘ ਕਹਿਣ ਲੱਗੇ ਵੀ ਇਹਦਾ ਖੜਕਾ ਸਾਨੂੰ ਵੀ ਸੁਣਿਆ, ਅਤੇ ਅਸੀਂ ਵੀ ਲੱਕੜਾਂ ਛੱਡ ਕੇ ਉੱਥੇ ਦੇਖਣ ਚੱਲ ਗਏ ਵੀ ਕੀ ਗੱਲ ਹੋਈ, ਕਾਹਦਾ ਖੜਕਾ ਹੋਇਆ। ਜਦ ਕਹਿੰਦੇ ਅਸੀਂ ਕੀ ਦੇਖਿਆ ਵੀ ਬਾਬਾ ਨੰਦ ਸਿੰਘ ਸ਼ੇਰ ਦੇ ਸਾਹਮਣੇ ਖੜ੍ਹੇ ਆ, ਅਤੇ ਰਾਗੀ ਸਿੰਘ ਜਿਹੜੇ ਆ ਉਹ ਪਿੱਛੇ ਖੜ੍ਹੇ, ਜਿਹੜੇ ਉਹਨਾਂ ਦੀਆਂ ਲੱਤਾਂ ਕੰਬ ਰਹੀਆਂ ਹੈਗੀਆਂ। ਜਦ ਕਿੰਨੀ ਗੱਲ ਹੋਈ ਤਾਂ ਕਹਿੰਦੇ ਉਹ ਸ਼ੇਰ ਨੇ ਬਾਬਾ ਨੰਦ ਸਿੰਘ ਵਾਲਾ ਜਿਉਂ ਹੀ ਆਪਣਾ ਸਿਰ ਚੱਕ ਕੇ ਦੇਖਿਆ, ਸਿਰ ਚੱਕ ਕੇ ਦੇਖਣ ਤੋਂ ਬਾਅਦ ਕਹਿੰਦੇ ਨਾਲ ਹੀ ਉਹਨੇ ਆਪਣਾ ਸਿਰ ਜਿਹੜਾ ਸੀ ਉਹ ਧਰਤੀ 'ਤੇ ਰੱਖ ਦਿੱਤਾ ਅਤੇ ਬਾਬਾ ਨੰਦ ਸਿੰਘ ਨੇ ਨਮਸਕਾਰ ਕੀਤੀ। ਜਦ ਨਮਸਕਾਰ ਕੀਤੀ ਤਾਂ ਬਾਬਾ ਜੀ ਕਹਿਣ ਲੱਗੇ ਬਸ ਕੋਈ ਗੱਲ ਨਹੀਂ ਕਰਨੀ, ਚੱਲ ਇੱਦਾਂ ਕਰ ਫਿਰ ਸੌਂ ਜਾ। ਕਹਿੰਦੇ ਨੇ ਕਹਿਣ ਦੇ ਡੇ ਅਸੀਂ ਸ਼ੇਰ ਜਿਹੜਾ ਸੀ ਫਿਰ ਉਸੇ ਤਰ੍ਹਾਂ ਲੰਮਾ ਪੈ ਕੇ ਫਿਰ ਅੱਖਾਂ ਮੀਟ ਕੇ ਸੌਂ ਗਿਆ। ਤਾਂ ਫਿਰ ਬਾਬਾ ਮਹਿੰਦਰ ਸਿੰਘ ਜੀ ਕਹਿੰਦੇ ਆ ਸਾਡੇ ਮਨ ਦੇ ਵਿੱਚ ਆਇਆ, ਦੇਖੋ ਇਨਸਾਨ ਜਿਹੜੇ ਆ ਉਹ ਬਾਬਾ ਨੰਦ ਸਿੰਘ ਹੁਣਾਂ ਨੂੰ ਨਹੀਂ ਸਮਝਦੇ, ਪਰ ਦੇਖੋ ਜੰਗਲਾਂ ਦੇ ਕਿੰਨੇ ਭਿਆਨਕ ਜਾਨਵਰ ਵੀ ਬਾਬਾ ਨੰਦ ਸਿੰਘ ਹੁਣਾਂ ਨੂੰ ਖੁਦਾ ਦਾ ਰੂਪ ਮੰਨ ਕੇ, ਪਰਮੇਸ਼ਰ ਦਾ ਰੂਪ ਮੰਨ ਕੇ ਨਮਸਕਾਰਾਂ ਕਰਦੇ ਆ। ਉਸ ਤੋਂ ਬਾਅਦ ਫਿਰ ਨਿਹਾਲ ਸਿੰਘ ਜੀ ਰਾਗੀ ਦੱਸਦੇ ਸੀਗੇ ਕਿ ਫਿਰ ਮੇਰੇ ਮਨ ਦੇ ਵਿੱਚ ਸਾਰੇ ਸ਼ੰਕੇ ਦੂਰ ਹੋਏ ਸੀ। ਫਿਰ ਮੈਨੂੰ ਪਤਾ ਲੱਗਾ ਸੀਗਾ ਕਿ ਬਾਬਾ ਨੰਦ ਸਿੰਘ ਜੀ ਜਿਹੜੇ ਆ ਕੌਣ ਹੈਗੇ ਆ। ਇੱਕ ਵਾਰ ਫਿਰ ਬਾਬਾ ਮਹਿੰਦਰ ਸਿੰਘ ਦੱਸਦੇ ਸੀਗੇ ਕਿ ਜਦੋਂ ਅਸੀਂ ਚੋਹਲਾ ਸਾਹਿਬ ਗਏ ਸੀਗੇ, ਉੱਥੇ ਕਹਿੰਦੇ ਕੋਠੀ ਦੇ ਜਿਹੜੀ ਰਾਣੀ ਦੀ ਕੋਠੀ ਸੀਗੀ ਅਤੇ ਉੱਥੇ ਕੀਰਤਨ
ਅਸੀਂ ਸੁਣਿਆ, ਜਦ ਕੀਰਤਨ ਸੁਣਿਆ ਤੇ ਉਹ ਰਾਣੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਅਸੀਂ ਇੱਕ ਆਪ ਦਾ ਫੋਟੋ ਲੈਣਾ। ਇਸ ਕਰਕੇ ਉਹਨੇ ਕੋਈ ਫੋਟੋਗ੍ਰਾਫਰ ਮੰਗਾ ਲਿਆ। ਜਦ ਫੋਟੋਗ੍ਰਾਫਰ ਮੰਗਾ ਲਿਆ ਤਾਂ ਬਾਬਾ ਜੀ ਉਹ ਰਾਣੀ ਨੂੰ ਕਹਿਣ ਲੱਗੇ, ਕਹਿੰਦੇ ਵੀ ਤੈਂ ਸਾਹ ਦੀਆਂ ਫੋਟੋਆਂ ਦਾ ਕੀ ਕਰਨਾ, ਅਗਰ ਫੋਟੋ ਲਾਉਣੀ ਹੈ ਤਾਂ ਬਾਬੇ ਨਾਨਕ ਦੀ ਲਾਓ। ਪਰ ਕਹਿੰਦੇ ਵੀ ਰਾਣੀ ਨੇ ਜਦੋਂ ਜ਼ਿਆਦਾ ਜ਼ੋਰ ਦਿੱਤਾ, ਬਾਬਾ ਜੀ ਕਹਿਣ ਲੱਗੇ ਚੱਲ ਠੀਕ ਆ। ਕਹਿੰਦੇ ਵੀ ਉਸ ਫੋਟੋਗ੍ਰਾਫਰ ਨੇ ਬਾਬਾ ਨੰਦ ਸਿੰਘ ਹੋਣਾ ਦੀ ਜਿਹੜੀ ਫੋਟੋ ਖਿੱਚ ਲਈ। ਜਦੋਂ ਕਹਿੰਦੇ ਫੋਟੋ ਖਿੱਚ ਲਈ ਅਤੇ ਕਹਿੰਦੇ ਵੀ ਦੂਸਰੇ ਇੱਕ ਦਿਨ ਉਹ ਜਿਹੜਾ ਫੋਟੋਗ੍ਰਾਫਰ ਸੀ ਕਈ ਫੋਟੋ ਬਣਾ ਕੇ ਜਦ ਉੱਥੇ ਲੈ ਕੇ ਅਤੇ ਬਾਬਾ ਨੰਦ ਸਿੰਘ ਹੁਣ ਕਹਿਣਗੇ ਬਾਬਾ ਜੀ ਜਿਹੜੀਆਂ ਕੱਲ੍ਹ ਦੀਆਂ ਫੋਟੋ ਖਿੱਚੀਆਂ ਸੀ ਆਪ ਦੀਆਂ ਲੈਣ ਦੀਆਂ ਹੈਗੀਆਂ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਬਾਬਾ ਨੰਦ ਸਿੰਘ ਹੋਣਾ ਨੇ ਫੋਟੋਗ੍ਰਾਫਰ ਨੂੰ ਧੱਕਾ ਦੇ ਕੇ ਕਹਿਣ ਲੱਗੇ, ਕਹਿੰਦੇ ਵੀ ਤੂੰ ਇਹ ਸਾਰੀਆਂ ਫੋਟੋਆਂ ਕੀ ਕਰਨ ਨੂੰ ਚੱਕੀ ਫਿਰਦਾ ਹੈਗਾ। ਇੰਨੀ ਗੱਲ ਕਹਿਣ ਦੀ ਦੇਰ ਸੀ, ਉਹ ਜਿਹੜੀਆਂ ਫੋਟੋਆਂ ਸੀਗੀਆਂ ਫੋਟੋਗ੍ਰਾਫਰ ਦੇ ਹੱਥੋਂ ਕਹਿੰਦੇ ਉਹ ਥੱਲੇ ਡਿੱਗ ਪਈਆਂ ਅਤੇ ਇੱਕ ਟੱਬ ਸੀ ਜਲ ਵਾਲਾ, ਉਹਦੇ ਵਿੱਚ ਉਹ ਸਾਰੀਆਂ ਫੋਟੋਆਂ ਖਿਲਰ ਗਈਆਂ। ਜਦ ਖਿਲਰ ਗਈਆਂ ਤਾਂ ਕਹਿੰਦੇ ਉਸ ਤੋਂ ਬਾਅਦ ਜਿਹੜੇ ਪ੍ਰੇਮੀ ਸੀ ਉਹਨਾਂ ਨੇ ਜਦ ਇਹ ਦੇਖਿਆ ਅਤੇ ਕਈਆਂ ਪ੍ਰੇਮੀਆਂ ਨੇ ਕਹਿੰਦੇ ਵੀ ਮੌਕਾ ਦੇ ਕੇ ਫਟਾਫਟ ਇੱਕ ਫੋਟੋ ਖਿੱਚ ਲਈ। ਜਦ ਕਹਿੰਦੇ ਉਹ ਟੱਬ 'ਚੋਂ ਚੱਕੀ ਆ ਅਤੇ ਬਾਬਾ ਮਹਿੰਦਰ ਸਿੰਘ ਜੀ ਕਹਿਣ ਲੱਗੇ ਵੀ ਮੈਂ ਵੀ ਮੌਕਾ ਦੇਖ ਕੇ ਇੱਕ ਫੋਟੋ ਵਿੱਚੋਂ ਖਿਸਕਾ ਲਈ। ਖਿਸਕਾ ਕੇ ਕਹਿੰਦੇ ਮੈਂ ਲੁਕੋ ਲਈ ਅਤੇ ਮੇਰੇ ਮਨ 'ਚ ਆਇਆ ਵੀ ਇਹ ਫੋਟੋ ਮੈਂ ਘਰ ਖੜਨੀ ਹੈ। ਕਿਤੇ ਬਾਬਾ ਨੰਦ ਸਿੰਘ ਦੀ ਨਜ਼ਰ ਪੈ ਗਈ ਤਾਂ ਮੈਨੂੰ ਬਹੁਤ ਦਬਕਣਗੇ ਵੀ ਤੂੰ ਇਹ ਫੋਟੋ ਕਾਹਤੇ ਚੱਕੀ ਆ। ਕਿ ਫਿਰ ਬਾਬਾ ਮਹਿੰਦਰ ਸਿੰਘ ਜੀ ਕਹਿਣ ਲੱਗੇ ਸੀਗੇ ਕਿ ਮੈਂ ਉਹ ਫੋਟੋ ਜਿਹੜੀ ਸੀ ਲੁਕੋ ਕੇ ਰੱਖੀ ਆ। ਅਤੇ ਫਿਰ ਕੋਈ ਪ੍ਰੇਮੀ ਆਇਆ ਸੀਗਾ ਅਤੇ ਮੈਂ ਉਹ ਪ੍ਰੇਮੀ ਦੇ ਹੱਥ ਫੋਟੋ ਦੇ ਕੇ ਇਹ ਕਿਹਾ ਸੀਗਾ ਇਹ ਫੋਟੋ ਮੇਰੀ ਮਾਂ ਨੂੰ ਦੇ ਦੇਂ ਬਾਬਾ ਨੰਦ ਸਿੰਘ ਹੋਣਾ ਦੀ। ਅੱਜ ਵੀ ਫੋਟੋ ਕਹਿੰਦੇ ਇਹ ਹੈ ਨਾ ਸਾਡੇ ਪਰਿਵਾਰ ਦੇ ਪਾਸ। ਇੱਕ ਵਾਰ ਫਿਰ ਬਾਬਾ ਮਹਿੰਦਰ ਸਿੰਘ ਜੀ ਦੱਸਦੇ ਸੀਗੇ ਕਿ ਇੱਕ ਵਾਰ ਇੱਕ ਪੰਡਤ ਸੀਗਾ ਅਤੇ ਉਹ ਜਿਹੜਾ ਪੰਡਤ ਸੀਗਾ ਉਹ ਇੱਕ ਮੰਦਰ ਦਾ ਪੁਜਾਰੀ ਸੀਗਾ ਅਤੇ 25 ਸਾਲ ਹੋ ਗਏ ਸੀ ਉੱਥੇ ਉਹਨੂੰ ਇੱਕ ਦੇਵੀ ਦੀ ਪੂਜਾ ਕਰਦੇ। ਜਦ 25 ਸਾਲ ਦੇਵੀ ਦੀ ਪੂਜਾ ਕਰਦਿਆਂ ਨੂੰ ਹੋ ਗਏ, ਇੱਕ ਦਿਨ ਕਹਿੰਦੇ ਮੈਨੂੰ ਰਾਤ ਨੂੰ ਸੁਪਨਾ ਆਇਆ ਅਤੇ ਸੁਪਨੇ ਵਿੱਚ ਦੇਵੀ ਨੇ ਬਾਬਾ ਨੰਦ ਸਿੰਘ ਹੋਣਾ ਦੇ ਉਸ ਪੰਡਤ ਨੂੰ ਦਰਸ਼ਨ ਕਰਾਏ। ਜਦ ਦਰਸ਼ਨ ਕਰਾਏ ਤਾਂ ਕਹਿੰਦੇ ਬਾਬਾ ਨੰਦ ਸਿੰਘ ਹੋਣੀ ਉਸ ਮੰਦਰ ਦੇ ਮੂਹਰੇ ਜਾ ਕੇ ਖੜ੍ਹ ਗਏ। ਜਿਉਂ ਹੀ ਕਹਿੰਦੇ ਉਸ ਪੰਡਤ ਦੀ ਨਜ਼ਰ ਬਾਬਾ ਨੰਦ ਸਿੰਘ ਹੋਣਾ ਦੀ ਪਈ, ਉਹ ਦੌੜ ਕੇ ਆ ਕੇ ਪੈਰੀ ਪੈ ਗਿਆ। ਪੈਰੀ ਪੈ ਕੇ ਕਹਿਣ ਲੱਗਾ ਕਿ ਮੇਰਾ ਸੁਪਨਾ ਸੱਚ ਹੋਇਆ, ਮੈਨੂੰ ਦੇਵੀ ਨੇ ਆਪ ਤਾਂ ਦਰਸ਼ਨ ਨਹੀਂ ਦਿੱਤੇ ਪਰ ਤੁਹਾਡੇ ਦਰਸ਼ਨ ਮੈਨੂੰ ਕਰਾਤੇ। ਜਦ ਇੰਨੀ ਗੱਲ ਹੋਈ ਤਾਂ ਫਿਰ ਕਹਿੰਦੇ ਬਾਬਾ ਨੰਦ ਸਿੰਘ ਹੋਣੀ ਹੱਸ ਪਏ। ਹੱਸ ਕੇ ਕਹਿਣ ਲੱਗੇ ਚੱਲ ਚੰਗਾ ਹੈਗਾ, ਅਗਰ ਸਾਡੇ ਤੈਨੂੰ ਦਰਸ਼ਨ ਹੋ ਗਏ ਤਾਂ ਬਹੁਤ ਵਧੀਆ ਗੱਲ ਹੈਗੀ ਆ। ਪਰ ਹੁਣ ਇਸ ਤੈਨੂੰ ਇਹ ਚੀਜ਼ ਦੱਸ ਦਿੰਦੇ ਆ ਕਿ ਤੇਰੇ ਮਨ ਦੀ ਇਹ ਦੱਸ ਵੀ ਅਭਿਲਾਸ਼ਾ ਕੀ ਆ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਉਹ ਪੰਡਿਤ ਕਹਿਣ ਲੱਗਾ ਜੀ ਮੈਂ 25 ਸਾਲ ਹੋ ਗਏ ਇਸ ਮੰਦਰ ਦੀ ਸੇਵਾ ਕਰਦੇ ਪਰ ਦੇਵੀ ਨੇ ਮੈਨੂੰ ਦਰਸ਼ਨ ਨਹੀਂ ਦਿੱਤੇ, ਨਾ ਮੈਨੂੰ ਕੁਛ ਇੱਥੋਂ ਮਿਲਿਆ। ਅਤੇ ਬਾਬਾ ਜੀ ਹੱਸ ਕੇ ਕਹਿਣ ਲੱਗੇ ਚੱਲ ਕੋਈ ਗੱਲ ਨਹੀਂ, ਅਗਰ ਨਹੀਂ ਵੀ ਮਿਲਿਆ ਤਾਂ ਫਿਰ ਭਾਈ ਹੁਣ ਤੂੰ ਯਾਦ ਕਰ ਲਾ, ਅੱਜ ਤੋਂ 8 ਦਿਨਾਂ ਬਾਅਦ ਤੇਰਾ ਜਿਹੜਾ ਸਰੀਰ ਹੈਗਾ ਇਹ ਪੰਜ ਭੂਤਕ ਸਰੀਰ, ਇਹਦੇ ਵਿੱਚੋਂ ਤੇਰੀ ਜਿਹੜੀ ਆਤਮਾ ਹੈਗੀ ਆ ਉਹ ਇਸ ਸਰੀਰ ਨੂੰ ਛੱਡ ਕੇ ਉਸ ਪਰਲੋਕ ਦੇ ਵਿੱਚ ਚਲੀ ਜਾਊਗੀ। ਜਦ ਇੰਨੀ ਗੱਲ ਹੋਈ ਆ ਫਿਰ ਕਹਿੰਦੇ ਉਹ ਪੰਡਤ ਜਿਹੜਾ ਸੀ ਹੈਰਾਨ ਵੀ ਹੋ ਗਿਆ ਕਿ ਮਹਾਂਪੁਰਖਾਂ ਨੇ ਬਚਨ ਕੀ ਕਰ ਦਿੱਤਾ ਹੈਗਾ। ਪਰ ਕਹਿੰਦੇ ਫਿਰ ਉਸ ਪੰਡਤ ਨੂੰ ਕਿਉਂਕਿ ਦੇਵੀ ਨੇ ਦਰਸ਼ਨਾਂ ਦੇ ਵਿੱਚ ਬਾਬਾ ਨੰਦ ਸਿੰਘ ਨੇ ਦਰਸ਼ਨ ਕਰਾਏ ਸੀਗੇ, ਉਹ ਫਿਰ ਪੰਡਤ ਕਹਿੰਦੇ ਰੋਜ਼ ਹੀ ਬਾਬਾ ਨੰਦ ਸਿੰਘ ਨੇ ਦਰਸ਼ਨ ਕਰਨ ਆਉਂਦਾ ਰਿਹਾ। ਬਿਲਕੁਲ 8ਵੇਂ ਦਿਨ ਤੋਂ ਬਾਅਦ ਹੀ ਉਹ ਪੰਡਤ ਜਿਹੜਾ ਸੀਗਾ ਆਪਣਾ ਸਰੀਰ ਛੱਡ ਗਿਆ ਸੀਗਾ। ਇਸੇ ਤਰ੍ਹਾਂ ਬਾਬਾ ਮਹਿੰਦਰ ਸਿੰਘ ਇੱਕ ਵਾਰ ਦੱਸਿਆ ਸੀਗਾ ਕਿ ਇੱਕ ਵਾਰ ਸੰਤ ਮਹਾਂਪੁਰਖ ਬਾਬਾ ਸੁਜਾਨ ਸਿੰਘ ਜੀ ਕੀਰਤਨ ਕਰ ਰਹੇ ਸੀ। ਕੀਰਤਨ ਕਰਦਿਆਂ ਕਹਿੰਦੇ ਬਾਬਾ ਨੰਦ ਸਿੰਘ ਹੋਣਾ ਨੇ ਸੁਜਾਨ ਸਿੰਘ ਨੂੰ ਕਹਿੰਦੇ ਆਵਾਜ਼ ਮਾਰੀ, ਕਹਿਣ ਲੱਗੇ ਸੁਜਾਨ ਸਿਆਂ ਦੇਖੋ ਅੱਜ ਜਿਹੜਾ ਸ਼ੇਰ ਕਿੰਨਾ ਖੁਸ਼ ਆ। ਕਹਿੰਦੇ ਨਹੀਂ ਕਹਿਣ ਦੀ ਢੇਰ ਸੀ। ਜਦ ਸੁਜਾਨ ਸਿੰਘ ਨੇ ਨਜ਼ਰ ਮਾਰੀ ਕਿ ਕੀ ਦੇਖਿਆ, ਬਾਬਾ ਨੰਦ ਸਿੰਘ ਹੋਣੀ ਸ਼ੇਰ ਦੇ ਉੱਤੇ ਸਵਾਰੀ ਕਰਕੇ ਬੈਠੇ ਹੋਏ ਸੀਗੇ ਅਤੇ ਸ਼ੇਰ ਦੀ ਸਵਾਰੀ ਦੇ ਵਿੱਚ ਬਾਬਾ ਨੰਦ ਸਿੰਘ ਹੋਣਾ ਨੇ ਸੰਤ ਸੁਜਾਨ ਸਿੰਘ ਹੋਣਾ ਦਰਸ਼ਨ ਦਿੱਤੇ। ਅਤੇ ਫਿਰ ਬਾਬਾ ਮਹਿੰਦਰ ਸਿੰਘ ਜੀ ਕਹਿਣ ਲੱਗੇ ਕਿ ਇਹ ਗੱਲ ਮੈਂ ਵੀ ਸੁਣ ਲਈ। ਜਦ ਮੈਂ ਵੀ ਨਜ਼ਰ ਮਾਰੀ ਤਾਂ ਮੈਨੂੰ ਵੀ ਬਾਬਾ ਨੰਦ ਸਿੰਘ ਹੋਣਾ ਨੇ ਸੇਮ ਇਸੇ ਤਰ੍ਹਾਂ ਹੀ ਜਿਹੜੇ ਹੈ ਉਹ ਸ਼ੇਰ ਦੇ ਉੱਤੇ ਸਵਾਰ ਹੋ ਕੇ ਦਰਸ਼ਨ ਦਿੱਤੇ ਸੀਗੇ। ਅਤੇ ਕਹਿੰਦੇ ਇਸ ਤੋਂ ਬਾਅਦ ਫਿਰ ਬਾਬਾ ਮਹਿੰਦਰ ਸਿੰਘ ਕਹਿਣ ਲੱਗੇ ਕਿ ਮੈਂ ਸੰਤ ਸੁਜਾਨ ਸਿੰਘ ਹੋਣਾ ਦੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਆਪ ਜੀ ਨੂੰ ਜਦੋਂ ਬਾਬਾ ਨੰਦ ਸਿੰਘ ਹੋਣਾ ਨੇ ਆਵਾਜ਼ ਮਾਰੀ ਸੀ ਅਤੇ ਤੁਸੀਂ ਦਰਸ਼ਨ ਕੀਤੇ ਕਿ ਬਾਬਾ ਨੰਦ ਸਿੰਘ ਹੋਣੀ ਸ਼ੇਰ ਦੇ ਉੱਤੇ ਸਵਾਰ ਬੈਠੇ ਆ ਅਤੇ ਇਹ ਸ਼ੇਰ ਦੀ ਸਵਾਰੀ ਦੇ ਦਰਸ਼ਨ ਮੈਂ ਵੀ ਕੀਤੇ। ਜਦ ਇੰਨੀ ਗੱਲ ਹੋਈ ਤਾਂ ਸੰਤ ਸੁਜਾਨ ਸਿੰਘ ਨੂੰ ਕਹਿਣ ਲੱਗੇ ਵੀ ਇਹੋ ਜਿਹੀਆਂ ਗੱਲਾਂ ਬਾਹਰ ਨਹੀਂ ਕਰੀਦੀਆਂ, ਇਹਨੂੰ ਲੁਕੋਲ ਹੈ ਕਿਉਂਕਿ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਕੇਵਲ ਅਤੇ ਕੇਵਲ ਆਪਣੇ ਵਿੱਚ ਔਰ ਬਾਬਾ ਨੰਦ ਸਿੰਘ ਹੋਣਾ ਦੇ ਵਿੱਚ ਰਹਿਣੀਆਂ ਚਾਹੀਦੀਆਂ ਹੈ। ਪਰ ਉਸ ਤੋਂ ਬਾਅਦ ਫਿਰ ਕਹਿੰਦੇ ਇਹ ਜਿਹੜੇ ਦਰਸ਼ਨਾਂ ਦੀ ਗੱਲ ਸੀਗੀ ਕਾਫੀ ਸਮੇਂ ਬਾਅਦ ਫਿਰ ਬਾਬਾ ਮਹਿੰਦਰ ਸਿੰਘ ਹੋਣਾ ਨੇ ਸੰਗਤਾਂ ਦੇ ਨਾਲ ਸਾਂਝੀ ਕੀਤੀ ਸੀ। ਇੱਕ ਵਾਰ ਫਿਰ ਬਾਬਾ ਮਹਿੰਦਰ ਸਿੰਘ ਦੱਸਦੇ ਸੀਗੇ ਕਿ ਇੱਕ ਵਾਰ ਇੱਕ ਸੁੱਕਾ ਦਰੱਖਤ ਸੀਗਾ, ਉਸ ਸੁੱਕੇ ਦਰੱਖਤ ਦੇ ਅੰਦਰ ਕਹਿੰਦੇ ਇੱਕ ਖੋੜ ਸੀਗੀ। ਜਦ ਕਹਿੰਦੇ ਖੋੜ ਸੀ ਬਾਬਾ ਨੰਦ ਸਿੰਘ ਦੇ ਮਨ ਦੇ ਵਿੱਚ ਵਿਚਾਰ ਆਇਆ ਵੀ ਇਹਦੇ ਵਿੱਚ ਆਦਮੀ ਹੈ ਨਾ ਖੜ੍ਹ ਕੇ ਤਪੱਸਿਆ ਕਰ ਸਕਦਾ, ਮੀਂਹ ਹਨੇਰੀ ਦੇ ਟਾਈਮ ਇਹਦੇ ਵਿੱਚ ਖੜ੍ਹਾ ਹੋ ਸਕਦਾ। ਅਤੇ ਬਾਬਾ ਨੰਦ ਸਿੰਘ ਸੰਗਤ ਨੂੰ ਆਖਿਆ ਕਹਿੰਦੇ ਵੀ ਇਸ ਤਰ੍ਹਾਂ ਕਰੋ ਵੀ ਇਹ ਜਿਹੜਾ ਦਰੱਖਤ ਸੁੱਕਾ ਪਿਆ ਹੈਗਾ ਇਹਦੀ ਜਿਹੜੀ ਅੰਦਰੋਂ ਛਿੱਲ ਹੈਗੀ ਇਹਨੂੰ ਛਿੱਲ ਦਿਓ ਅਤੇ ਇਹਨੂੰ ਥੋੜ੍ਹਾ ਪੱਧਰਾ ਕਰ ਦਿਓ। ਕਹਿੰਦੇ ਨਹੀਂ ਕਹਿਣ ਦੀ ਢੇਰ ਸੀ ਅਤੇ ਸਾਰੀ ਸੰਗਤ ਜਿਹੜੀ ਸੀ ਜਦ ਕਿ ਖੜ੍ਹੀ ਹੋਈ ਅਜੰਜੇ ਦੇ ਕਹਿੰਦੇ ਮਹਾਂਪੁਰਖਾਂ ਨੇ ਉਸ ਸੁੱਕੇ ਦਰੱਖਤ ਨੂੰ ਜੜ੍ਹਾਂ ਤੋਂ ਲੈ ਕੇ ਉੱਪਰ ਤੱਕ ਦੇਖਿਆ ਕਹਿਣ ਲੱਗੇ ਸੰਗਤ ਨੂੰ ਕਹਿੰਦੇ ਭਾਈ ਵੀ ਕਿਸੇ ਦੀ ਚਮੜੀ ਲਾਉਣੀ ਜਿਹੜੀ ਹੈ ਉਹ ਸਾਧ ਨੂੰ ਸ਼ੋਭਾ ਨਹੀਂ ਦਿੰਦੀ, ਇਸ ਕਰਕੇ ਤੁਸੀਂ ਇਹ ਕੰਮ ਨਹੀਂ ਕਰਨਾ ਕਿਉਂਕਿ ਇਸ ਦਰੱਖਤ ਨੂੰ ਤਕਲੀਫ ਹੋਵੇਗੀ, ਦੁੱਖ ਹੋਵੇਗਾ।
ਕਹਿੰਦੇ ਦੇਖੋ ਸੁੱਕਾ ਦਰਖਤ ਸੀ, ਬਾਬਾ ਮਹਿੰਦਰ ਸਿੰਘ ਜੀ ਕਹਿਣ ਲੱਗੇ ਅਸੀਂ ਹੈਰਾਨ ਸੀਗਾ ਵੀ ਸੁੱਕੇ ਦਰਖਤ ਨੂੰ ਕੀ ਤਕਲੀਫ ਹੋਣੀ ਆ, ਪਰ ਕਹਿੰਦੇ ਅਸੀਂ ਕੀ ਦੇਖਿਆ, ਉਸ ਤੋਂ ਬਾਅਦ ਉਹ ਜਿਹੜਾ ਸੁੱਕਾ ਦਰਖਤ ਸੀ ਕਈਆਂ ਸਾਲਾਂ ਦਾ ਜਿਉਂਦਾ ਤਿਉਂ ਖੜਾ ਸੀਗਾ, ਮੁੜ ਕੇ ਫਿਰ ਉਹ ਹਰਾ ਹੋ ਗਿਆ ਸੀਗਾ। ਸੋ ਦਾਸ ਫਿਰ ਹਾਲ ਇੰਨੇ ਹੀ ਬਚਨ ਬਾਬਾ ਮਹਿੰਦਰ ਸਿੰਘ ਹੋਣਾ ਦੇ ਜੀਵਨ ਦੇ ਵਿੱਚ ਜੋ ਸੰਤ ਬਾਬਾ ਨੰਦ ਸਿੰਘ ਹੋਣਾ ਦੇ ਨਾਲ ਅੱਖੀਂ ਡਿੱਠੇ ਹੋਏ ਆ, ਉਹਨਾਂ ਦੀ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਆ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।